ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ ਹਰਿ ਹਰਿ ਨਾਮ ਧਿਆਇਆ। ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ। ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ। ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ। ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ। ਹੋਰ ਮਰ ਜੰਮੈ ਆਵਹਿ ਜਾਵਹਿ ਅੰਤ ਗਏ ਪਛਤਾਵਹਿ। ਬਿਨ ਨਾਵੈ ਸੁਖ ਨ ਹੋਈ ਐਥੈ ਕਮਾਵੈ ਸੋ ਫਲ ਪਾਵੈ। ਮਨ ਮੁਖ ਹੈ ਪਤ ਖੋਈ ਜੰਪੁਰ ਘੋਰ ਅੰਧਾਰ ਮਹਾ ਗੁਬਾਰ। ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਬੜੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਵਡਭਾਗੇ ਹੋ ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਪਾਵਨ ਦਰਸ਼ਨ ਦੀਦਾਰ ਮੇਲੇ ਪ੍ਰਾਪਤ ਹੋ ਰਹੇ ਹਨ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਹੋ ਕਰਕੇ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਤੀਸਰੇ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਜੋੜ ਲਈਏ। ਸਤਿਗੁਰੂ ਜੀ ਵਡਹੰਸ ਰਾਗ ਵਿੱਚ ਜੋ ਇਹ ਪਾਵਨ ਸ਼ੰਤ ਉਚਾਰਨ ਕੀਤੇ ਹਨ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ। ਮਹਾਰਾਜ ਸਾਹਿਬ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਨੁੱਖਾ ਸਰੀਰ ਦੀ ਹਾਲਤ ਦੱਸ ਰਹੇ ਹਨ। ਇਸ ਬ੍ਰਹਮੰਡ ਦੇ ਵਿੱਚ ਇਸ ਪੂਰੀ ਸ੍ਰਿਸ਼ਟੀ ਦੇ ਵਿੱਚ ਇਸ ਸੰਸਾਰ ਦੇ ਵਿੱਚ ਸਭ ਤੋਂ ਮਹੱਤਵਪੂਰਨ ਕੋਈ ਚੀਜ਼ ਹੈ ਤਾਂ ਉਹ ਮਨੁੱਖ ਦਾ ਸਰੀਰ ਹੈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਇਸ ਮਨੁੱਖਾ ਸਰੀਰ ਤੋਂ ਵੱਧ ਕੇ ਕੀਮਤੀ ਦੁਰਲੱਭ ਵਸਤੂ ਕੋਈ ਨਹੀਂ। ਕਬੀਰ ਮਾਨਸ ਜਨਮ ਦੁਲੰਭ ਹੈ। ਔਖਾ ਲੱਭਣ ਵਾਲਾ ਉਸ ਨੂੰ ਦੁਰਲੱਭ ਕਹਿੰਦੇ ਹਨ। ਪਸ਼ੂ ਪੰਛੀਆਂ ਦੀਆਂ ਜੋਨਾਂ ਸਰੀਰ ਉਹ ਵੀ ਸਰੀਰ ਹਨ ਆਤਮਾ ਨੂੰ ਮਿਲੇ ਹੋਏ।
ਆਤਮ ਨੇ ਧਾਰਨ ਕੀਤੇ ਹੋਏ ਚੋਲੇ ਹਨ, ਪਰ ਸਭ ਤੋਂ ਕੀਮਤੀ ਚੋਲਾ ਮਨੁੱਖ ਦਾ ਹੈ। ਜਿਸ ਚੋਲੇ ਵਿੱਚ ਆ ਕੇ ਆਤਮਾ ਪਰਮਾਤਮਾ ਨੂੰ ਮਿਲ ਸਕਦੀ ਹੈ। ਹੋਰ ਕਿਸੇ ਜਨਮ ਦੇ ਵਿੱਚ, ਕਿਸੇ ਜੂਨੀ ਵਿੱਚ ਇਤਨੀਆਂ ਸਹੂਲਤਾਂ ਨਹੀਂ। ਮਨੁੱਖਾ ਜਨਮ ਮਿਲ ਗਿਆ, ਇਸ ਨੂੰ ਪ੍ਰਾਪਤ ਕਰਕੇ ਵਾਹਿਗੁਰੂ 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 ਜਪਣਾ ਸੀ। ਉਸ ਪਰਮੇਸ਼ਰ ਵਿੱਚ ਲੀਨ ਹੋਣਾ ਸੀ। ਪਰ ਅਸੀਂ ਆਪਣਾ ਇਹ ਮਨੁੱਖਾ ਜਨਮ ਝੂਠੇ ਲਾਲਚ ਜਨਮ ਗਵਾਇਆ। ਹੋਰ ਕੰਮਾਂ ਵਿੱਚ ਹੀ, ਮਾਇਆ ਦੇ ਪਦਾਰਥਾਂ ਵਿੱਚ ਹੀ ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਕੌਡੀਆਂ ਦੇ ਭਾਗ ਵਾ ਲਿਆ ਹੈ। ਸਤਿਗੁਰੂ ਜੀ ਇਸ ਸਰੀਰ ਦੀ ਜਿੱਥੇ ਮਹਾਨਤਾ ਦੱਸਦੇ ਹਨ, ਉੱਥੇ ਦੀ ਨਾਸ਼ਮਾਨਤਾ ਵੀ ਦੱਸਦੇ ਹਨ। ਕਹਿੰਦੇ ਸਦਾ ਨਹੀਂ ਰਹਿਣਾ, ਇਹ ਥੋੜ੍ਹੇ ਸਮੇਂ ਲਈ ਇਸ ਆਤਮਾ ਨੂੰ ਚੋਲਾ ਮਿਲਿਆ ਹੈ। ਜਿਵੇਂ ਮਹਾਰਾਜ ਕਹਿੰਦੇ ਦੇ ਘੋੜੀ ਚੜ੍ਹ ਹਰ ਪਾਇਆ, ਇਹ ਘੋੜੀ ਮਿਲੀ ਹੈ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ। ਇਹਦੇ 'ਤੇ ਚੜ੍ਹ ਕੇ ਪਰਮਾਤਮਾ ਦੇ ਦੇਸ਼ ਪਹੁੰਚ ਸਕਦੇ ਹੋ। ਇਹ ਤੁਹਾਨੂੰ ਉੱਥੇ ਪਹੁੰਚਾ ਸਕਦੀ ਹੈ। ਦੁਨਿਆਵੀ ਤੌਰ 'ਤੇ ਇੱਕ ਘੋੜੀ ਨਾ ਹੋਵੇ ਦੂਜੀ 'ਤੇ ਬਹਿ ਜਾਈਦਾ, ਜੇ ਘੋੜੀ ਨਾ ਹੋਵੇ ਤਾਂ ਕਾਰ 'ਚ ਬਹਿ ਜਾਈਦਾ, ਅਤੇ ਹੋਰ ਕਿਸੇ ਵਸੀਲੇ ਰਾਹੀਂ, ਹਵਾਈ ਜਹਾਜ਼ ਰਾਹੀਂ। ਪਰ ਉੱਥੇ ਪਹੁੰਚਣ ਲਈ ਇਹੀ ਇੱਕੋ ਹੀ ਇੱਕ ਸਾਧਨ ਹੈ। ਸੋ ਮਹਾਰਾਜ ਕਹਿੰਦੇ ਇਹ ਹੈ ਤਾਂ ਬੜਾ ਮਹੱਤਵਪੂਰਨ, ਪਰ ਸਦੀਵ ਰਹਿਣ ਵਾਲਾ ਨਹੀਂ ਹੈ। ਇਹ ਜਜਰੀ ਹੈ, ਜਰਜਰਾ ਹੈ। ਦਿਨੋਂ ਦਿਨ ਇਹ ਖਤਮ ਹੋ ਰਿਹਾ ਹੈ। ਮੈਡੀਕਲ ਸਾਇੰਸ ਵੀ ਇਹ ਮੰਨਦੀ ਹੈ ਵੀ ਹਰ 7 ਸਾਲ ਬਾਅਦ ਬੰਦੇ ਦਾ ਸਰੀਰ ਰਿਨਿਊ ਹੋ ਜਾਂਦਾ। ਸਾਡੇ ਸਰੀਰ ਦੇ ਜਿੰਨੇ ਵੀ ਪੁਰਜੇ ਹਨ, ਸਾਡੀਆਂ ਭਾਵੇਂ ਹੱਡੀਆਂ ਹਨ, ਭਾਵੇਂ ਮਾਸ ਹੈ, ਭਾਵੇਂ ਅੰਦਰ ਸੂਖਸ਼ਮ ਤੋਂ ਸੂਖਸ਼ਮ ਕਰੋੜਾਂ ਹੀ ਪੁਰਜੇ ਹਨ, ਉਹ ਹੌਲੇ ਪਿਛਲੇ ਘਸ ਕੇ ਉਹਦੇ ਵਿੱਚ ਨਵੇਂ ਪ੍ਰਗਟ ਹੁੰਦੇ ਰਹਿੰਦੇ। 7 ਸਾਲ ਬਾਅਦ ਇਹ ਮੈਡੀਕਲ ਸਾਇੰਸ ਵਾਲਿਆਂ ਨੇ ਇਹ ਖਿਆਲ ਦਿੱਤਾ ਹੈ। ਵੈਸੇ ਪਰਮੇਸ਼ਰ ਦੀਆਂ ਗੱਲਾਂ ਪਰਮੇਸ਼ਰ ਹੀ ਜਾਣਦਾ ਹੈ। ਮਹਾਰਾਜ ਤਾਂ ਕਹਿੰਦੇ ਪਲ ਛਿਨ ਹੀ ਬਦਲਦਾ ਰਹਿੰਦਾ। ਆਹ ਜਿਹੜੇ ਛਿਨ ਹੁਣ ਆਪਾਂ ਗੱਲ ਕਰ ਰਹੇ ਹਾਂ, ਗੱਲ ਕਰਦਿਆਂ ਵੀ ਛਿਨ ਬਦਲ ਰਹੀ ਹੈ। ਜਿਹੜਾ ਮੂੰਹ ਤੋਂ ਸ਼ਬਦ ਨਿਕਲ ਰਿਹਾ ਹੈ ਉਹ ਨਾਲ ਦੀ ਨਾਲ ਪਾਸਟ ਬਣਦਾ ਜਾ ਰਿਹਾ ਹੈ। ਫਿਊਚਰ, ਪਾਸਟ, ਪ੍ਰੈਜੈਂਟ ਜੋ ਵੀ ਅਸੀਂ ਕਥਨ ਕੀਤਾ ਹੈ, ਇਹ ਸਭ ਆਤਮਾ ਦੇ ਵਿੱਚ ਕਲਪਿਤ ਹੈ। ਵਾਸਤਵ ਵਿੱਚ ਕੁਛ ਨਹੀਂ ਹੈ ਇੱਕ ਪਰਮ ਸੱਤਾ ਤੋਂ ਬਿਨਾਂ। ਇਹ ਸਰੀਰ ਦਾ ਵੀ ਇਹੀ ਹਾਲ ਹੈ, ਇਹ ਵੀ ਕਲਪਿਤ ਹੀ ਹੈ, ਔਰ ਇਸ ਕਰਕੇ ਜਰਜਰੀ ਹੈ। ਵਿਚਾਰ ਕੇ ਦੇਖੋਗੇ ਤਾਂ ਛਿਨ ਪ੍ਰਤੀ ਛਿਨ ਬਦਲ ਰਿਹਾ ਹੈ। ਇਹੋ ਸਰੀਰ ਜਰਜਰੀ ਹੈ, ਜਰਜਰਾ ਹੈ। ਇਸ ਨੂੰ ਜਰ ਪਹੁੰਚੈ ਆਏ। ਜਰ ਨਾਮ ਬੁਢੇਪੇ ਦਾ ਹੈ। ਇਹਨੂੰ ਬੁਢੇਪੇ ਰੂਪੀ ਜਰ ਲੱਗੇਗੀ। ਜਿਵੇਂ ਕਹਿੰਦੇ ਨਾ ਲੋਹੇ ਨੂੰ ਜਰ ਲੱਗ ਗਈ ਹੈ। ਜਿਹੜੀ ਚੀਜ਼ ਘਸਣੀ ਸ਼ੁਰੂ ਹੋ ਜਾਵੇ, ਪੁਰਾਣੀ ਹੋਣੀ ਸ਼ੁਰੂ ਹੋ ਜਾਵੇ, ਰੋਗ ਲੱਗ ਜਾਣ, ਉਸ ਨੂੰ ਜਰਜਰੀ ਕਹਿੰਦੇ ਹਨ। ਸਾਡੇ ਸਰੀਰ ਨੂੰ ਜਰ ਲੱਗੀ ਹੋਈ ਹੈ ਰੋਗਾਂ ਦੀ, ਬਿਮਾਰੀਆਂ ਦੀ। ਛਿਣ ਪ੍ਰਤੀ ਛਿਣ ਸਵਾਸ ਜਿਹੜੇ ਨੇ ਉਹ ਜਾ ਰਹੇ ਨੇ। ਜਿੰਨੇ ਸਵਾਸ ਲੈ ਕੇ ਜੀਵ ਆਇਆ ਹੈ, ਉਹ ਸਵਾਸ ਨਾਲ ਦੀ ਨਾਲ ਸਮਾਪਤ ਹੁੰਦੇ ਜਾਂਦੇ ਆ। ਜਿਹੜਾ ਸਵਾਸ ਆਉਂਦਾ ਹੈ ਉਹ ਬਾਹਰ ਜਾਂਦਾ ਹੈ। ਐਸਾ ਕੋਈ ਸਵਾਸ ਨਹੀਂ ਜੋ ਅੰਦਰ ਜਾ ਕੇ ਬਾਹਰ ਨਾ ਗਿਆ ਹੋਵੇ। ਇਹ ਕਿਰਿਆ ਪ੍ਰਤੀਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ। ਸਰੀਰ ਹੌਲੇ ਬੁਢੇਪੇ ਵੱਲ ਚਲਾ ਜਾਂਦਾ ਹੈ, ਜਰਜਰੀ ਹੋਈ ਜਾਂਦਾ ਹੈ। ਇਸ ਨੂੰ ਜਰ ਪਹੁੰਚੇ ਆਏ। ਬੁਢੇਪਾ ਇਹਦੇ ਕੋਲ ਆ ਰਿਹਾ ਹੈ। ਮਹਾਰਾਜ ਕਹਿੰਦੇ ਹੈ ਵੀ ਜੇ ਕੋਈ ਬੁਢੇਪੇ ਨੂੰ ਰੋਕਣ ਲਈ ਯਤਨ ਵੀ ਕਰੇ ਤਾਂ ਬੁਢੇਪੇ ਨੂੰ ਰੋਕਣ ਦਾ ਯਤਨ ਉਹਦਾ ਸਫਲ ਨਹੀਂ ਹੋ ਸਕਦਾ।
ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈ ਹੈ। ਜਰਵਾਣਾ ਕਹੀਏ ਜ਼ਬਰਦਸਤ ਜ਼ੋਰ ਲਾ ਕੇ ਧੱਕੇ ਨਾਲ ਕੋਈ ਬੁਢੇਪੇ ਨੂੰ ਪਰੇ ਕਰੇ ਵੀ ਬੁਢੇਪਿਆ ਤੂੰ ਮੇਰੇ ਨੇੜੇ ਨਾ ਆਵੀਂ, ਮੈਂ ਤੈਨੂੰ ਨੇੜੇ ਆਉਣ ਹੀ ਨਹੀਂ ਦਿੰਦਾ, ਤਾਂ ਇਹ ਉਸ ਬੰਦੇ ਦੀ ਮੂਰਖਤਾ ਹੀ ਹੋਵੇਗੀ। ਬੁਢੇਪਾ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਂਦਾ ਹੈ। ਅੱਖਾਂ 'ਤੇ ਐਨਕਾਂ ਲੱਗ ਜਾਂਦੀਆਂ ਨੇ, ਕੰਨਾਂ 'ਚ ਮਸ਼ੀਨਾਂ ਲੱਗ ਜਾਂਦੀਆਂ ਨੇ, ਦੰਦ ਵੀ ਝੜ ਜਾਂਦੇ ਨੇ ਭਾਵੇਂ ਨਵੇਂ ਲਵਾ ਲਈਦੇ ਨੇ, ਗੋਡੇ ਸਰੀਰ ਸਾਰਾ ਹੌਲੇ ਹੌਲੇ। ਅਸੀਂ ਕਿੰਨਾ ਕੁ ਰੋਕ ਲਵਾਂਗੇ? ਕਾਲ ਤੋਂ ਨਹੀਂ ਕੋਈ ਬਚਾ ਸਕਦਾ। ਟਾਈਮ, ਸਮਾਂ, ਕਾਲ ਖਾ ਰਿਹਾ ਹਰ ਚੀਜ਼ ਨੂੰ। ਮਹਾਰਾਜ ਕਹਿੰਦੇ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ਸਾਰਿਆਂ ਦੇ ਸੀਸ ਦੇ ਨਾਲ ਸ੍ਰੀ ਅਕਾਲ ਪੁਰਖ ਜੀ ਦਾ ਨਾਚ ਹੋ ਰਿਹਾ ਹੈ। ਉਹ ਸਭ ਦੇ ਸੀਸ ਦੇ ਉੱਤੇ ਹੈ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤਹ ਦਿਲ ਹੇਚ ਨਾ ਦਾਨੀ। ਮੂਏ ਕਹਿੰਦੇ ਨੇ ਕੇਸਾਂ ਨੂੰ। ਮਮ ਸਰ ਮੇਰੇ ਸਿਰ ਦੇ ਕੇਸ ਅਜ਼ਰਾਈਲ ਗ੍ਰਿਫਤ ਹੈ, ਮੌਤ ਦੇ ਫਰਿਸ਼ਤੇ ਦੇ ਹੱਥ ਵਿੱਚ ਫੜੇ ਹੋਏ ਨੇ। ਸਿਰ ਤੋਂ ਪਟਕਾਰ ਕੇ ਮਾਰੇਗਾ ਜਦੋਂ ਟਾਈਮ ਆ ਗਿਆ। ਮਹਾਰਾਜ ਕਹਿੰਦੇ ਬੁਢੇਪਾ ਇਹਦੇ ਕੋਲ ਆਉਣਾ ਹੀ ਆਉਣਾ ਹੈ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ। ਕਹਿੰਦੇ ਸੰਸਾਰ 'ਤੇ ਅਰਬਾਂ ਖਰਬਾਂ ਲੋਕ ਆਏ ਹਨ, ਆ ਰਹੇ ਨੇ, ਜਾ ਰਹੇ ਨੇ, ਜੰਮਦੇ ਨੇ, ਮਰਦੇ ਨੇ, ਜੰਮ ਜੰਮ ਮਰੈ, ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ ਲੰਮੈ। ਇਹ ਜਿਹੜਾ ਆਵਾਗਾਉਣ ਦਾ ਚੱਕਰ ਹੈ, ਇਹ ਬੜਾ ਲੰਮਾ ਚੌੜਾ, ਇਹਦਾ ਕੋਈ ਆਦ ਅੰਤ ਨਹੀਂ ਪਤਾ ਲਾ ਸਕਦਾ। ਆਖੋ ਸ੍ਰੀ ਵਾਹਿਗੁਰੂ। ਨਾ ਤਾਂ ਕੋਈ ਦੁਨੀਆ ਦੀ ਇਹੋ ਜਿਹੀ ਤਾਕਤ ਹੈ ਵੀ ਉਹ ਦੱਸ ਸਕੇ ਵੀ ਇਹ ਜਨਮ ਮਰਨ ਕਦੋਂ ਦਾ ਸ਼ੁਰੂ ਹੋਇਆ, ਅਤੇ ਨਾ ਕੋਈ ਇਹੋ ਜਿਹੀ ਤਾਕਤ ਹੈ ਵੀ ਉਹ ਦੱਸ ਸਕੇ ਵੀ ਇਹ ਜਨਮ ਮਰਨ ਦਾ ਸਿਲਸਿਲਾ ਮੁੱਕਣਾ ਕਦੋਂ ਹੈ। ਬਸ ਗੁਰ ਰਾਖੇ ਸੇ ਉਭਰੇ, ਜਿਨ੍ਹਾਂ ਨੂੰ ਗੁਰੂ ਬਾਂਹ ਫੜ ਕੇ ਕੱਢ ਲਵੇ, ਕੱਢ ਲਵੇ। ਗੁਰੂ ਕੋਲ ਹੈ ਤਰੀਕਾ, ਗੁਰੂ ਕੋਲ ਹੈ ਜੁਗਤੀ, ਗੁਰੂ ਕੋਲ ਹੈ ਢੰਗ। ਜੇ ਕੋਈ ਜਗਿਆਸੂ ਬਣ ਕੇ, ਭੁੱਖਾ ਪਿਆਸਾ ਬਣ ਕੇ ਗੁਰੂ ਕੋਲ ਜਾਵੇ ਇਸ ਗਿਆਨ ਦੀ ਪਿਆਸਾ ਲੈ ਕੇ, ਤਾਂ ਗੁਰੂ ਉਸ ਨੂੰ ਕੱਢ ਸਕਦਾ ਹੈ। ਗੁਰ ਰਾਖੇ ਸੇ ਉਭਰੇ, ਹੋਰ ਮਰ ਜੰਮੈ ਆਵੈ ਜਾਏ। ਜਿਨ੍ਹਾਂ ਨੂੰ ਗੁਰੂ ਨੇ ਕੱਢ ਲਿਆ, ਕੱਢ ਲਿਆ, ਹੋਰ ਸਭ ਆਈ ਜਾਂਦੇ ਨੇ, ਜਾਈ ਜਾਂਦੇ ਨੇ, ਮਰੀ ਜਾਂਦੇ ਨੇ, ਜੰਮੀ ਜਾਂਦੇ ਨੇ। ਹੋਰ ਮਰ ਜੰਮਹਿ ਆਵਹਿ ਜਾਵਹਿ, ਅੰਤ ਗਏ ਪਛਤਾਵਹਿ, ਬਿਨ ਨਾਵੈ ਸੁਖ ਨਾ ਹੋਈ। ਹੋਰ ਸਾਰੇ ਮਰੀ ਜਾਂਦੇ ਨੇ, ਜੰਮੀ ਜਾਂਦੇ ਨੇ, ਆਈ ਜਾਂਦੇ ਨੇ, ਜਾਈ ਜਾਂਦੇ ਨੇ। ਅੰਤ ਗਏ ਪਛਤਾਵੈ, ਅੰਤ ਸੰਸਾਰ ਤੋਂ ਜਾਣ ਲੱਗਿਆਂ ਪਛਤਾਉਂਦੇ ਨੇ ਬਈ ਅਸੀਂ ਕੁਛ ਵੀ ਨਹੀਂ ਖੱਟਿਆ, ਨਾਮ ਨਹੀਂ ਜਪਿਆ, ਭਜਨ ਬੰਦਗੀ ਨਹੀਂ ਕੀਤੀ, ਵਾਹਿਗੁਰੂ ਵਾਹਿਗੁਰੂ ਨਹੀਂ ਸਿਮਰਿਆ, ਆਪਣੀ ਸੁਰਤੀ ਨੂੰ ਮਾਇਆ ਦੇ ਪਦਾਰਥਾਂ 'ਚੋਂ ਕੱਢ ਕੇ ਨਿਰੰਕਾਰ ਦੇ ਦੇਸ਼ ਵਿੱਚ ਨਹੀਂ ਪਹੁੰਚਾਇਆ। ਤਾਂ ਫਿਰ ਕਹਿੰਦੇ ਬਿਨ ਨਾਮੈ ਸੁਖ ਨਾ ਹੋਈ। ਨਾਮ ਜਪੇ ਤੋਂ ਬਿਨਾਂ ਅੰਤ ਵੇਲੇ ਸੁੱਖ ਨਹੀਂ ਮਿਲਦਾ। ਜਿੰਨੇ ਵੀ ਪਦਾਰਥ ਨੇ ਮਾਇਆ ਰੰਗ ਕੁੜਾਵਿਆ, ਦਿਸਣ ਸਭੇ ਛਾਰ, ਉਸ ਵੇਲੇ ਸਾਰੇ ਸੁਆਹ ਵਰਗੇ ਲੱਗਦੇ ਨੇ। ਸੋਨਾ ਚਾਂਦੀ ਹੀਰੇ ਮੋਤੀ ਰਤਨ ਜਵਾਹਰਾਤ ਜਿੰਨੇ ਮਰਜ਼ੀ ਹੋਣ, ਬੈਂਕ ਬੈਲੈਂਸ, ਗੱਡੀਆਂ ਕਾਰਾਂ ਮੋਟਰਾਂ ਮਕਾਨਾਂ ਦਾ, ਬਿਜ਼ਨਸਾਂ ਦਾ ਕੋਈ ਅੰਤ ਨਾ ਹੋਵੇ, ਉੱਧਰੋਂ ਮੌਤ ਸਾਹਮਣੇ ਆ ਕੇ ਖਲੋ ਜਾਵੇ, ਤਾਂ ਉਹਨਾਂ ਨੂੰ ਉਹ ਸਾਰੇ ਪਦਾਰਥ ਜਿਹੜੇ ਹਨ ਫਿੱਕੇ ਲੱਗਣਗੇ, ਛਾਰ ਲੱਗਣਗੇ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਉਸ ਵੇਲੇ ਸ਼ਾਂਤੀ ਨਹੀਂ ਮਿਲੇਗੀ। ਜੇ ਵਾਹਿਗੁਰੂ 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 ਇਹ ਪੱਲੇ ਹੋਵੇਗਾ ਤਾਂ ਸੁੱਖ ਹੋਵੇਗਾ। ਇੱਥੇ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ। ਇੱਥੇ ਕਮਾਵੈ, ਸੰਸਾਰ ਵਿੱਚ ਜੇ ਕੋਈ ਕਮਾਈ ਕਰ ਲਵੇ, ਕੋਈ ਰੱਬ ਰੱਬ ਜਪ ਲਵੇ,
ਸੋ ਫਲ ਪਾਵੈ, ਉਹ ਫਲ ਪਾ ਸਕਦਾ ਹੈ। ਮਨਮੁਖ ਹੈ ਪਤ ਖੋਈ, ਮਨਮੁਖਾਂ ਨੇ ਆਪਣੀ ਇੱਜ਼ਤ ਗਵਾ ਲਈ ਹੈ। ਮਨਮੁਖਾਂ ਨੇ ਆਪਣਾ ਆਪਾ ਗਵਾ ਲਿਆ ਹੈ। ਜੰਪੁਰ ਘੋਰ ਅੰਧਾਰ, ਮਹਾ ਗੁਬਾਰ, ਨਾ ਤਿੱਥੈ ਭੈਣ ਨਾ ਭਾਈ। ਜਿਹੜੀ ਜਮਾਂ ਦੀ ਪੁਰੀ ਹੈ, ਜਿੱਥੇ ਜਮਰਾਜ ਪਾਪੀ ਜੀਵਾਂ ਨੂੰ ਕੜਾਹਿਆਂ ਵਿੱਚ ਤਲ ਤਲ ਕੇ ਸੁੱਟਦਾ ਹੈ, ਤਿਲਾਂ ਦੀ ਤਰ੍ਹਾਂ ਕਹਾਣੀਆਂ 'ਚ ਪੀੜਦਾ ਹੈ। ਕਿੰਨੇ ਕੁ ਦੁੱਖੜੇ ਹਨ ਸਾਧ ਸੰਗਤ ਜੀ, ਉਹਨਾਂ ਦਾ ਕੋਈ ਅੰਤ ਨਹੀਂ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਇੰਨੀਆਂ ਕਸੂਲਾਂ ਚੁੱਭਦੀਆਂ ਨੇ, ਇੰਨੇ ਕੁ ਕੰਡੇ ਚੁੱਭਦੇ ਨੇ ਕਿ ਉਹਨਾਂ ਦੀ ਪੀੜਾ ਕਹਿਣ ਕਥਨ ਤੋਂ ਬਾਹਰੀ ਹੈ। ਇਸ ਜਮ ਦੀ ਪੁਰੀ ਵਿੱਚ ਘੋਰ ਅੰਧਾਰ, ਬੜਾ ਗਹਿਰਾ ਹਨੇਰਾ ਹੈ। ਮਹਾਰਾਜ ਨੇ ਦੂਸਰੀ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਉਸ ਰਸਤੇ ਦਾ ਬਹੁਤ ਜ਼ਿਕਰ ਕੀਤਾ ਹੈ। ਜੇ ਪਾਂਡੇ ਮਹਾਂ ਅੰਧਿਆਰ ਹੈ, ਹਨੇਰਾ ਹੈ, ਉੱਥੇ ਮਹਾਰਾਜ ਕਹਿੰਦੇ ਹਰਿ ਕਾ ਨਾਮ ਸੰਗ ਜਿਆਰਾ। ਜੈ ਪੰਥ ਤੇਰਾ ਕੋ ਨਾ ਸਿੰਘਾਨੂੰ, ਜਿੱਥੇ ਤੇਰਾ ਕੋਈ ਜਾਣ ਪਛਾਣ ਨਹੀਂ ਹੈ, ਹਰਿ ਕਾ ਨਾਮ ਤੈ ਨਾਲ ਪਛਾਨੂ। ਉੱਥੇ ਸਿਰਫ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਹੀ ਹੈ ਨਾਲ। ਉਸ ਰਸਤੇ ਵਿੱਚ ਨਾ ਤਿੱਥੈ ਭੈਣ ਨਾ ਭਾਈ, ਨਾ ਉੱਥੇ ਕੋਈ ਭੈਣ ਨਾਲ, ਨਾ ਕੋਈ ਭਰਾ ਨਾਲ, ਉੱਥੇ ਕੋਈ ਰਿਸ਼ਤੇਦਾਰ। ਇੱਥੇ ਆਪਾਂ ਸਾਰੇ ਪਰਿਵਾਰਾਂ ਵਿੱਚ ਰਹਿੰਦੇ ਹਾਂ, ਭਾਵੇਂ ਬੜੇ ਗਹਿਰੇ ਚਿੰਤਨ 'ਚ ਦੇਖੀਏ ਤਾਂ ਕੋਈ ਸਾਡਾ ਇੱਥੇ ਹੈ ਨਹੀਂ। ਲੱਗਦਾ ਹੈ ਵੀ ਇਹ ਮੇਰੇ ਭੈਣ ਭਰਾ, ਮਾਂ ਪਿਓ, ਪਤਨੀ, ਬੱਚੇ, ਰਿਸ਼ਤੇਦਾਰ ਹਨ। ਪਰ ਜਦੋਂ ਸੂਖਮ ਤੌਰ 'ਤੇ ਵਿਚਾਰ ਕਰਕੇ ਚਿੰਤਨ ਕਰੋਗੇ, ਫਿਰ ਇੱਦਾਂ ਲੱਗੇਗਾ ਵੀ ਇਹ ਸਾਰਾ ਇੱਕ ਸਮੁੰਦਰ ਦੇ ਵਿੱਚ ਲਹਿਰਾਂ ਦਾ ਹੀ ਮੇਲ ਅਤੇ ਵਿਛੋੜਾ ਹੋ ਰਿਹਾ ਹੈ। ਜੁੜ ਜੁੜ ਵਿਛੜੇ, ਵਿਛੜ ਜੁੜੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਜੁੜ ਜੁੜ ਕੇ ਵਿਛੜੇ ਹਾਂ, ਵਿਛੜ ਵਿਛੜ ਕੇ ਮਿਲੇ ਹਾਂ। ਕਈਆਂ ਦੇ ਬਾਪ ਬਣੇ ਹਾਂ, ਕਈਆਂ ਦੇ ਬੇਟੇ ਬਣੇ ਹਾਂ, ਕਈਆਂ ਦੇ ਗੁਰੂ ਬਣੇ ਹਾਂ, ਕਈਆਂ ਦੇ ਚੇਲੇ ਬਣੇ ਹਾਂ। ਇੱਦਾਂ ਇਹ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜਾਂ ਵਾਰੀ ਆਏ ਹਾਂ ਅਤੇ ਕਿੰਨੇ ਵਾਰੀ। ਤੋ ਇਹ ਤਾਂ ਸਾਰਾ ਇੱਦਾਂ ਦਾ ਮੇਲ ਹੀ ਹੈ ਸੰਸਾਰ ਦਾ ਜਿਹੜਾ ਸੰਬੰਧ ਹੈ। ਮਹਾਰਾਜ ਕਹਿੰਦੇ ਇਸ ਸੰਬੰਧ ਵਿੱਚੋਂ ਉਸ ਧਰਮਰਾਜ ਦੀ ਕਚਹਿਰੀ 'ਚ ਨਾਲ ਖਲੋਣ ਵਾਲਾ ਕੋਈ ਨਹੀਂ। ਤਿੱਥੈ ਭੈਣ ਨਾ, ਤਿੱਥੈ ਭੈਣ ਨਾ ਭਾਈ, ਨਾ ਉੱਥੇ ਕੋਈ ਭੈਣ, ਨਾ ਉੱਥੇ ਕੋਈ ਭਾਈ ਹੈ, ਕੋਈ ਰਿਸ਼ਤੇਦਾਰ ਨਹੀਂ ਉੱਥੇ ਖੜ੍ਹਦਾ ਨਾਲ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਇਹ ਸਰੀਰ ਜਰਜਰਾ ਹੈ, ਬੁਢੇਪਾ ਇਹਦੇ ਕੋਲ ਆਉਣਾ ਹੀ ਆਉਣਾ ਹੈ। ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲਏ ਮਿਲਾਏ। ਇਹ ਕਾਇਆ ਜਿਹੜੀ ਜਰਜਰੀ ਹੈ, ਜਰ ਲੱਗਦੀ ਹੈ। ਜਰ ਲੱਗਦੀ ਹੈ ਸਾਧ ਸੰਗਤ ਜੀ, ਲੋਹੇ ਨੂੰ ਜਾਂ ਹੋਰ ਚੀਜ਼ਾਂ ਨੂੰ ਜਰ ਲੱਗ ਜਾਂਦੀ ਹੈ। ਚਾਂਦੀ ਨੂੰ ਵੀ ਉੱਲੀ ਲੱਗ ਜਾਂਦੀ ਹੈ। ਪਰ ਇੱਕ ਚੀਜ਼ ਹੈ, ਸੋਨੇ ਨੂੰ ਕਦੀ ਜਰ ਨਹੀਂ ਲੱਗਦੀ, ਸੋਨੇ ਨੂੰ ਕਦੀ ਘੁਣ ਨਹੀਂ ਲੱਗਾ। ਇਹ ਲਿਖਿਆ ਪੰਡਿਤ ਹਿਰਦੇ ਰਾਮ ਜੀ ਭੱਲਾ ਜੀ ਨੇ ਹਨੂੰਮਾਨ ਨਾਟਕ ਵਿੱਚ। ਕਹਿੰਦੇ ਕਿਤੇ ਸੁਣਿਆ ਵੀ ਸੋਨੇ ਨੂੰ ਘੁਣ ਲੱਗਾ ਹੋਵੇ? ਸੋਨੇ ਨੂੰ ਘੁਣ ਨਹੀਂ ਲੱਗਦਾ। ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਕੰਚਨ ਸ਼ਬਦ ਵਰਤ ਲਿਆ ਹੈ। ਕਾਇਆ ਕੰਚਨ ਤਾਂ ਥੀਐ। ਇਹ ਜਿਹੜੀ ਕਾਇਆ ਹੈ ਸੋਨੇ ਦੀ ਬਣ ਸਕਦੀ ਹੈ? ਕਹਿੰਦੇ ਹਾਂ, ਇੱਕ ਤਰੀਕਾ ਹੈ, ਇਹ ਕਾਇਆ ਸੋਨੇ ਦੀ ਬਣ ਸਕਦੀ ਹੈ। ਫਿਰ ਇਹਨੂੰ ਘੁਣ ਨਹੀਂ ਲੱਗੇਗਾ। ਉਹ ਕਿਵੇਂ ਹੋਏਗਾ? ਕਹਿੰਦੇ ਜਾਂ ਸਤਿਗੁਰ ਲਏ ਮਿਲਾਏ। ਇਹ ਬੰਦੇ ਨੂੰ ਗੁਰੂ ਬਾਂਹ ਫੜ ਕੇ ਆਪਣੇ ਨਾਲ ਮਿਲਾ ਲਵੇ। ਜਦੋਂ ਗੁਰੂ ਨਾਲ ਮਿਲ ਜਾਂਦਾ ਹੈ, ਕੰਚਨ ਕਾਇਆ ਕੋਟ ਗੜ੍ਹ ਵਿੱਚ ਹਰ ਹਰ ਸਿੱਧਾ।
ਕਹਿੰਦੇ ਫਿਰ ਇਹ ਕਾਇਆ ਸੋਨੇ ਦਾ ਕਿਲ੍ਹਾ ਬਣ ਜਾਂਦੀ ਹੈ, ਸੋਨੇ ਦੀ ਬਣ ਜਾਂਦੀ ਹੈ। ਉਹ ਕਾਇਆ ਪਵਿੱਤਰ ਹੋ ਜਾਂਦੀ ਹੈ, ਉਹ ਕਾਇਆ ਸਫਲੀ ਹੋ ਜਾਂਦੀ ਹੈ। ਕਹਿਣ ਦਾ ਮਤਲਬ ਹੈ ਵੀ ਉਹ ਕਾਇਆ ਜਿਹਨੂੰ ਪ੍ਰਾਪਤ ਕਰਕੇ ਪਰਮਾਤਮਾ ਪ੍ਰਾਪਤ ਕਰਨਾ ਸੀ, ਉਹ ਕਾਇਆ ਪ੍ਰਾਪਤ ਹੋਈ। ਉਹਨੇ ਆਪਣਾ ਜਿਹੜਾ ਮਿਸ਼ਨ ਸੀ, ਆਪਣਾ ਜੋ ਨਿਸ਼ਾਨਾ ਸੀ, ਉਹ ਪ੍ਰਾਪਤ ਕਰ ਲਿਆ। ਉਹ ਕਾਇਆ ਸੋਨੇ ਦੀ ਬਣੀ ਹੈ। ਗੁਰਮੁਖਾਂ ਦੀ, ਸੰਤਾਂ, ਮਹਾਂਪੁਰਸ਼ਾਂ ਦੀ, ਬਾਬਾ ਬੁੱਢਾ ਸਾਹਿਬ ਜੀ ਵਰਗਿਆਂ, ਸ਼ਹੀਦ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਜੈਸੇ ਮਹਾਂਪੁਰਸ਼ਾਂ ਦੀਆਂ ਦੇਹਾਂ ਜਿਹੜੀਆਂ ਹਨ, ਉਹ ਸੋਨੇ ਦੀਆਂ ਬਣ ਗਈਆਂ ਹਨ। ਪਰ ਦਿਵ ਦੇਹ ਨੂੰ ਪ੍ਰਾਪਤ ਹੋ ਗਏ। ਇੱਕ ਸਾਧ ਸੰਗਤ ਜੀ, ਮ੍ਰਿਤਕ ਮੜਾ ਸਰੀਰ ਮਿੱਟੀ ਦਾ ਬਣਿਆ ਹੋਇਆ ਅਤੇ ਕਿਤੇ ਬਣ ਜਾਵੇ ਸੋਨੇ ਦਾ, ਕਿੱਡਾ ਵੱਡਾ ਕ੍ਰਿਸ਼ਮਾ ਹੈ ਨਾ। ਇਹ ਗੁਰੂ ਕਰ ਸਕਦਾ। ਗੁਰੂ ਪਾਰਸ ਹੈ ਜਿਹੜਾ ਲੋਹੇ ਨੂੰ ਛੂਹ ਕੇ ਸੋਨਾ ਕਰ ਸਕਦਾ ਹੈ। ਗੁਰੂ ਨੇ ਮਿੱਟੀ ਨੂੰ ਸੋਨਾ ਬਣਾ ਤਾ। ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲਏ ਮਿਲਾਏ। ਜੇ ਸਤਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਹਨ ਤਾਂ ਇਹ ਕਾਇਆ ਆਪਣਾ ਨਿਸ਼ਾਨਾ, ਆਪਣਾ ਮਿਸ਼ਨ, ਆਪਣਾ ਟਾਰਗੇਟ ਹੱਲ ਕਰ ਲੈਂਦੀ, ਪ੍ਰਾਪਤ ਕਰ ਲੈਂਦੀ ਹੈ, ਸੋਨੇ ਦੀ ਬਣ ਜਾਂਦੀ ਹੈ। ਭਰਮ ਮਾਇਆ ਵਿੱਚੋਂ ਕੱਟੀਐ, ਸਚੜੈ ਨਾਮ ਸਮਾਏ। ਜਿਹੜਾ ਮਾਇਆ ਭਰਮ ਪਾਉਂਦੀ ਹੈ, ਉਹ ਮਾਇਆ ਦਾ ਭਰਮ ਵਿੱਚੋਂ ਨਿਕਲ ਜਾਂਦਾ ਹੈ। ਕਿਉਂਕਿ ਮਾਇਆ ਦਾ ਜੋ ਅਸਲ ਅਰਥ ਹੈ, ਮਾਇਆ ਦਾ ਜੋ ਅਸਲ, ਆਪਾਂ ਉੱਦਾਂ ਮਾਇਆ ਕਹਿ ਦਿੰਦੇ ਹਾਂ, ਪਰ ਮਾਇਆ ਦਾ ਮਤਲਬ ਨਹੀਂ ਸਮਝਦੇ। ਕਈ ਵਾਰੀ ਅਸੀਂ ਬਹੁਤ ਸਾਰੇ ਸ਼ਬਦ ਬਿਨਾਂ ਅਰਥ ਸਮਝਿਆ ਹੀ ਬੋਲ ਜਾਂਦੇ ਹਾਂ। ਮਾਇਆ ਦਾ ਅਰਥ ਹੈ ਉਹ ਚੀਜ਼, ਉਹ ਵਸਤੂ, ਉਹ ਕ੍ਰਿਸ਼ਮਾ, ਉਹ ਜਾਦੂਗਰੀ, ਉਹ ਤਿਲਸਮ ਜਿਹੜਾ ਹੋਵੇ ਕੁਛ ਨਾ ਔਰ ਦਿਸਦਾ ਹੋਵੇ, ਹੋਵੇ ਕੁਛ ਵੀ ਨਾ, ਹੈ ਕੁਛ ਵੀ ਨਹੀਂ ਪਰ ਦਿਸਦਾ ਹੈ। ਜਿਵੇਂ ਜਾਦੂਗਰ ਤੁਹਾਡੇ ਸਾਹਮਣੇ ਮੈਜਿਕ ਕਰਕੇ, ਜਾਦੂ ਕਰਕੇ ਕੁਛ ਦਾ ਕੁਛ ਬਣਾ ਕੇ ਦਿਖਾ ਦਿੰਦਾ, ਹੁੰਦਾ ਕੁਛ ਵੀ ਨਹੀਂ। ਰੁਮਾਲ ਦੇ ਵਿੱਚੋਂ ਹੀ ਕਦੀ ਕਬੂਤਰ ਉਡਾ ਦਿੰਦਾ, ਕਦੀ ਉਹ ਕੁਛ ਕਰ ਦਿੰਦਾ, ਕਦੀ ਇੱਕ ਨੋਟ ਦੇ ਹਜ਼ਾਰਾਂ ਨੋਟ ਬਣਾ ਦਿੰਦਾ, ਕਦੀ ਇੱਕ ਨਹੀਂ ਰਹਿਣ ਦਿੰਦਾ। ਇੱਦਾਂ ਉਹ ਜਾਦੂਗਰੀ ਕਰਦਾ, ਆਪਣੇ ਹੱਥ ਦੀ ਸਫਾਈ ਕਰਦਾ, ਆਪਣਾ ਮਾਇਆ ਜਾਲ ਪਾਉਂਦਾ ਹੈ। ਹੁੰਦਾ ਕੁਛ ਨਹੀਂ ਪਰ ਦਿਸਦਾ ਬਹੁਤ ਹੈ, ਉਸ ਨੂੰ ਮਾਇਆ ਕਹਿੰਦੇ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਮਾਇਆ ਭਰਮ ਪਾ ਦਿੰਦੀ ਹੈ। ਜਿਵੇਂ ਜਾਦੂਗਰ ਕਹਿ ਦਿੰਦਾ ਨਾ, ਪਿੰਡਾਂ ਵਿੱਚ ਜਾਦੂ ਕਰਦੇ ਜਮੂਰੇ ਦਾ ਸਿਰ ਲਾ ਦਿੰਦੇ। ਕਹਿੰਦਾ ਮੈਂ ਆਪਣੇ ਜਮੂਰੇ ਦਾ ਸਿਰ ਲਾ ਦਿੱਤਾ, ਹੁਣ ਤੁਸੀਂ ਮੇਰੇ ਬੱਚੇ ਦੀ ਜਾਨ ਬਚਾਉਣੀ ਹੈ ਤਾਂ ਤੁਸੀਂ ਪੈਰ ਆਪਣਾ ਇੱਥੋਂ ਅੱਗੇ ਪਿੱਛੇ ਨਹੀਂ ਕਰਨਾ, ਮਿੱਟੀ ਨਹੀਂ ਪੈਰ ਦੀ ਹਿੱਲਣੀ ਚਾਹੀਦੀ ਤੁਹਾਡੇ। ਇੱਕ ਤੁਹਾਡਾ ਹੱਥ ਮੁੱਠੀ ਬੰਦ ਨਹੀਂ ਹੋਣੀ ਚਾਹੀਦੀ, ਖੁੱਲ੍ਹਾ ਹੋਣਾ ਚਾਹੀਦਾ। ਦੋ ਗੱਲਾਂ ਕਹਿੰਦਾ। ਜਿੰਨੇ ਵੀ ਦਰਸ਼ਕ ਹੁੰਦੇ ਨੇ ਉੱਥੇ ਉਹ ਜੁੜ ਕੇ ਖੜ੍ਹ ਜਾਂਦੇ ਨੇ, ਕਿਉਂਕਿ ਉਹਨੂੰ ਇਹ ਹੁੰਦਾ ਵੀ ਜੇ ਮੈਂ ਤਮਾਸ਼ਾ ਦਿਖਾਇਆ, ਅੰਦਰਲੀ ਗੱਲ ਤਾਂ ਇਹ ਹੁੰਦੀ ਹੈ, ਅਤੇ ਇਹ ਚਲੇ ਗਏ, ਪੈਸਾ ਮੈਨੂੰ ਦਿੱਤਾ ਨਾ, ਮੇਰੀ ਮਿਹਨਤ ਬੇਕਾਰ ਜਾਣੀ ਹੈ। ਉਹ ਬੰਨ੍ਹ ਲੈਂਦਾ, ਪੂਰਾ ਮਜਮਾ ਬਣਦਾ। ਜੇ ਕੋਈ ਆ ਹੀ ਜਾਵੇ, ਜਾਈ ਜਾਵੇ। ਸਾਨੂੰ ਵੀ ਕਈ ਵਾਰੀ ਕਥਾ ਕਰਦਿਆਂ ਨਾ, ਜੇ ਸਰੋਤਾ ਅੱਧ 'ਚੋਂ ਉੱਠ ਜਾਵੇ ਤਾਂ ਰਸ ਬੇਰਸ ਹੋ ਜਾਂਦਾ। ਇਸੇ ਤਰ੍ਹਾਂ ਜੇ ਉਹਨੇ ਆਪਣਾ ਮਜਮਾ ਲਾਇਆ ਹੁੰਦਾ, ਉਹ ਹੁਣ ਕਹਿੰਦਾ ਵੀ ਤੁਸੀਂ ਬਈ ਇੱਥੇ ਹਿੱਲਣਾ ਨਹੀਂ ਆਪਣੇ, ਅਤੇ ਫਿਰ ਦੂਜਾ ਵੀ ਹੱਥ ਖੁੱਲ੍ਹਾ ਰੱਖਣਾ। ਅਤੇ ਫਿਰ ਤੀਜੀ ਗੱਲ ਇਹ ਕਹਿ ਦਿੰਦਾ ਵੀ ਜਿਹਦੀ ਜੇਬ 'ਚ ਪੈਸਾ ਉਹ ਜ਼ਰੂਰ ਦੇ ਕੇ ਜਾਓ। ਉਹ ਫਿਰ ਦੇਣ ਵਾਲੇ ਦਿੰਦੇ ਆ, ਜਿਹੜੇ ਸਾਰਿਆਂ ਤੋਂ ਲੈ ਲੈਂਦਾ। ਫਿਰ ਕਹਿੰਦਾ ਅਜੇ ਇੱਕ ਬੰਦੇ ਨੇ ਦਿਲ ਨਹੀਂ ਕੱਢਿਆ, ਉਹਨੇ ਪੈਸੇ ਉਹਦੀ ਜੇਬ 'ਚ ਪਏ ਨੇ ਪਰ ਉਹਨੇ ਅਜੇ ਕੱਢੇ ਨਹੀਂ। ਉਹ ਜਿਹਨੇ ਨਹੀਂ ਕੱਢੇ ਹੁੰਦੇ ਉਹ ਕਹਿੰਦਾ ਮੈਂ ਰਹਿ ਗਿਆ, ਇਹਨੇ ਬੁੱਝ ਲਿਆ, ਉਹ ਕੱਢ ਕੇ ਉਹ ਵੀ ਦੇ ਦਿੰਦਾ। ਅਤੇ ਹੁੰਦਾ ਕੁਛ ਨਹੀਂ ਪਰ ਗੱਲਾਂ ਬਾਤਾਂ ਨਾਲ ਬੜਾ ਕੁਛ ਕਰ ਦਿੰਦਾ। ਈਸ਼ਵਰ ਦੀ ਮਾਇਆ ਇਸ ਤੋਂ ਬਹੁਤ ਵੱਡੀ ਹੈ। ਇੱਕ ਛੋਟਾ ਜਿਹਾ ਜਾਦੂਗਰ, ਥੋੜ੍ਹਾ ਜਿਹਾ ਮੈਜਿਕ ਕਰਨ ਵਾਲਾ, ਗਰੀਬੜਾ ਜਿਹਾ ਬੰਦਾ,
ਉਹ ਕਿੰਨੀ ਦੁਨੀਆ ਨੂੰ ਬੰਨ੍ਹ ਕੇ ਖੜਾ ਕਰ ਲੈਂਦਾ, ਮੂਰਖ ਬਣਾ ਦਿੰਦਾ। ਈਸ਼ਵਰ ਦੀ ਮਾਇਆ ਦਾ ਤਾਂ ਕਿਆ ਕਹਿਣਾ ਹੈ। ਮਹਾਰਾਜ ਕਹਿੰਦੇ ਉਹ ਕਿਸੇ ਤਰੀਕੇ ਨਾਲ ਟਾਲੀ ਨਹੀਂ ਜਾਂਦੀ, ਸਿਰਫ ਗੁਰੂ ਉਹਨੂੰ ਕੱਢ ਸਕਦਾ। ਭਰਮ ਮਾਇਆ ਵਿੱਚੋਂ ਕੱਢੀ ਹੈ, ਸਚੜਾ ਨਾਮ ਸਮਾਏ। ਮਾਇਆ ਦਾ ਭਰਮ ਕੱਢ ਕੇ ਨਾਮ ਵਿੱਚ ਸਮਾਈ ਕਰਾ ਦਿੰਦੇ ਸਤਿਗੁਰੂ। ਸੱਚੈ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਸੱਚੇ ਨਾਮ ਵਿੱਚ ਨਾਮੀ ਵਿੱਚ ਸਮਾਈ ਹੋ ਜਾਂਦੀ, ਨਾਮ ਜਪ ਕੇ। ਹਰ ਗੁਣ ਗਾਏ, ਵਾਹਿਗੁਰੂ 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 ਜਪਦਿਆਂ ਹੋਇਆਂ ਮਿਲ ਪ੍ਰੀਤਮ ਸੁਖ ਪਾਏ। ਜਿਹੜਾ ਆਤਮਾ ਦਾ ਪਿਆਰਾ ਪ੍ਰੀਤਮ ਪਰਮਾਤਮਾ ਹੀ ਹੈ, ਉਹਨੂੰ ਮਿਲ ਕੇ ਸੁਖ ਪ੍ਰਾਪਤ ਹੁੰਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਵਿੱਚੋਂ ਹਉਮੈ ਜਾਏ। ਦਿਨ ਰਾਤ ਸਦਾ ਹੀ ਆਨੰਦ ਬਣਿਆ ਰਹਿੰਦਾ, ਵਿੱਚੋਂ ਹਉਮੈ ਚਲੀ ਜਾਂਦੀ ਹੈ ਜਦੋਂ। ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨ ਕੈ ਹਉ ਲਾਗੋਂ ਪਾਏ। ਜਿਨ੍ਹਾਂ ਪੁਰਖਾਂ ਨੇ ਵਾਹਿਗੁਰੂ ਦੇ ਨਾਮ 'ਚ ਚਿੱਤ ਲਾ ਲਿਆ ਹੈ, ਮੈਂ ਉਹਨਾਂ ਦੇ ਪੈਰਾਂ 'ਤੇ ਸੀਸ ਰੱਖਦਾ ਹਾਂ। ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲਏ ਮਿਲਾਏ। ਇਹ ਕਾਇਆ ਸੋਨੇ ਦੀ ਬਣ ਸਕਦੀ ਹੈ, ਪਰ ਤਾਂ ਬਣ ਸਕਦੀ ਹੈ ਜੇ ਸਤਿਗੁਰੂ ਇਸ ਨੂੰ ਆਪਣੇ ਨਾਲ ਮਿਲਾ ਲੈਣ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣੇ ਤੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰਨ, ਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ। ਕਹਿ ਨਾਨਕ ਮਨ ਮੇਰੇ ਸਦਾ ਸਾਚੇ ਸਾਹਿਬਾ, ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਸਦਾ ਸਿਵ ਸਲਾਹ ਤੇਰੀ। ਨਾਮ ਮਨ ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਛ ਘਰ ਸੁਭਾਗੈ, ਸ਼ਬਦ ਵਾਜੇ ਕਲਾ ਚਿਤ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮ ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨੰਦ ਸੁਣੋ ਬੜ ਭਾਗੀ ਹੋ। ਸਗਲ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਦੁਖ ਰੋਗ ਸੰਤਾਪ ਉਤਰੇ। ਸੁਣੀ ਸੰਤ ਸਾਜਨ ਭਏ ਸਰਸੇ ਪੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਸੋ ਪਾਵਨ ਗੁਰੂ ਪਾਣੀ ਪਿਤਾ ਮਾਤਾ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ। ਜਿਨੀ ਨਾਮ ਧਿਆਇਆ, ਗਏ ਨਾਨਕ ਤੇ ਮੁਖ ਉਜਲੇ, ਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।